ਜਦੋਂ ਕਿਸੇ ਨੇ ਬਹੁਤ ਰੌਣਕਾਂ ਲਾਈਆਂ ਹੋਣ, ਬਹੁਤ ਰੌਲਾ ਰੱਪਾ ਪਾਇਆ ਹੋਵੇ ਜਾਂ ਕੋਈ ਕਵੇ ਮੇਰਾ ਤਾਂ ਵੇਲ ਹੀ ਨਹੀਂ ਲੱਗਦਾ, ਪੰਜਾਬੀਆਂ ਦੀ ਆਮ ਕਹਾਵਤ ਆ, ਦੇਖ ਤਾਂ ਸਹੀ ਇਹਨਾਂ ਦੀਆਂ ਗੱਲਾਂ ਜਿੱਦਾਂ ਇਹਨਾਂ ਨੇ ਵਿਆਹ ਧਰਿਆ ਹੁੰਦਾ। ਵਿਆਹ ਸੱਚਮੁੱਚ ਬਹੁਤ ਜੱਬਖਾਨਾ ਵੀ ਹੈ ਇੱਕ ਤਰੀਕੇ ਦਾ, ਕਿਉਂਕਿ ਐਸਾ ਲੱਡੂ ਜਿਹੜਾ ਖਾਵੇ ਉਹ ਪਛਤਾਵੇ, ਨਾ ਖਾਵੇ ਉਹ ਪਛਤਾਵੇ। ਪਰ ਵਿਆਹ ਇੱਕ ਆਮ ਲੋਕ ਕਹਿ ਦਿੰਦੇ ਨਾ ਕਿ ਸ਼ਾਇਦ ਦੋ ਜਾਣਿਆਂ ਦਾ ਰਿਸ਼ਤਾ, ਨਹੀਂ, ਵਿਆਹ ਇੱਕ ਸਮਾਜਿਕ ਰਿਸ਼ਤਾ ਆ ਜਿਹਦੇ ਵਿੱਚ ਪੂਰੇ ਪਰਿਵਾਰ ਇੱਕ ਦੂਸਰੇ ਦੇ ਨਾਲ ਜੁੜਦੇ ਆ। ਸੋ ਜੁੜਨ ਦੇ ਦੌਰਾਨ ਬਹੁਤ ਸਾਰੀਆਂ ਰਸਮਾਂ ਰਿਵਾਜ ਸਾਨੂੰ ਕਰਨੇ ਪੈਂਦੇ ਆ। ਕਿਉਂ ਨਾ ਆਪਾਂ ਅੱਜ ਫਿਰ ਉਹਦੇ ਤੇ ਗੱਲਬਾਤ ਕਰੀਏ। ਇਹ ਤਾਂ ਹੁਣ ਮੈਂ ਬਲਕਾਰ ਸਿੰਘ ਹੋਣਾ ਤੋਂ ਪੁੱਛਦੀ ਕਿ ਮੈਂ ਠੀਕ ਕਹਿ ਰਹੀ ਹਾਂ? ਵਿਰਾਸਤੀ ਪੈੜਾਂ ਦੇ ਪਿਆਰੇ ਦਰਸ਼ਕੋ ਦਿੱਗੀ ਜੀਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਬਰਨ ਕੌਰ ਮਾਨ ਜੀ ਨੇ ਹੁਣੇ ਦੱਸਿਆ, ਇਹ ਅੱਜ ਦਾ ਵਿਸ਼ਾ ਤਾਂ ਵੈਸੇ ਬੜਾ ਦਿਲਚਸਪ ਤੇ ਰੌਚਕ ਵੀ ਆ ਜੀ, ਔਰ ਇਹਨੂੰ ਥੋੜਾ ਜਿਹਾ ਇੰਟਰੋਡਕਸ਼ਨ 'ਚ ਵੀ ਬੜਾ ਵਧੀਆ ਰੂਪ ਰੇਖਾ ਦੇ ਦਿੱਤੀ ਆ। ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਸ਼ਬਦੀ ਜਿਹੜਾ ਸ਼ਬਦਾਂ ਨਾਲ ਇਹਨੂੰ ਬਿਆਨ ਕੀਤਾ ਜਾਂਦਾ ਵਿਆਹ ਨੂੰ, ਔਰ ਇਹਦੇ ਵਿੱਚ ਜਿਹੜਾ ਕਲਚਰ ਨਾਲ ਇਹਦਾ ਸੰਬੰਧ ਹੈਗਾ। ਔਰ ਜਿਸ ਤਰ੍ਹਾਂ ਬਰਨ ਕੌਰ ਮਾਨ ਨੇ ਦੱਸਿਆ ਕਿ ਇਹ ਲੱਡੂ ਐਸਾ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ ਤੇ ਨਹੀਂ ਖਾਂਦਾ ਉਹ ਵੀ ਪਛਤਾਉਂਦਾ। ਇਹ ਦਿਲਚਸਪ ਗੱਲ ਆ ਕਿ ਇਹਨੂੰ ਜਿਹੜਾ ਦੂਰ ਰਹਿਣਾ ਤਾਂ ਕੋਈ ਚਾਹੁੰਦਾ ਨਹੀਂ, ਕਿਉਂਕਿ ਗ੍ਰਿਸਤ ਦਾ ਮਾਮਲਾ ਔਰ ਇਹ ਬੜਾ ਵੱਡਾ ਡਿਸੀਜਨ ਹੈ ਲਾਈਫ ਦਾ। ਔਰ ਇਹਦੇ 'ਚ ਇੱਕ ਧਰਮ ਨਾਲ ਸੰਬੰਧਿਤ ਨਹੀਂ ਗਾ, ਸਾਰੇ ਧਰਮਾਂ ਦੇ ਲੋਕ ਇਸ ਗ੍ਰਿਸਤ ਦੇ ਮਾਮਲੇ ਨਾਲ ਜੁੜ ਜਾਂਦੇ ਆ, ਚਾਹੇ ਕੋਈ ਵੀ ਧਰਮ ਹੋਵੇ। ਪਰ ਇਸ ਤੋਂ ਬਗੈਰ ਇਹ ਸ੍ਰਿਸ਼ਟੀ ਨਹੀਂ ਚੱਲਦੀ, ਗ੍ਰਿਸਤ ਨਹੀਂ ਚੱਲਦੀ, ਦੁਨੀਆ ਨਹੀਂ ਚੱਲਦੀ। ਇਹ ਬਿਸ਼ਿਸ਼ ਤੋਂ ਲੈ ਕੇ ਹੁਣ ਤੇ ਆ ਜਿਹੜਾ ਕਲਯੁਗ ਚੱਲ ਰਿਹਾ, ਹੁਣ ਤੱਕ ਇਹ ਵਰਤਾਓ ਚੱਲ ਰਿਹਾ, ਸਰੋਕਾਰ ਚੱਲ ਰਿਹਾ। ਔਰ ਇਹਦੇ ਅਸੀਂ ਸ਼ਬਦਾਂ ਨਾਲ ਵੀ ਤੁਹਾਡੇ ਸਨਮੁਖ ਹੋਵਾਂਗੇ, ਤੁਹਾਨੂੰ ਦੱਸਾਂਗੇ ਕਿ ਇਹਦੇ ਸ਼ਬਦੀ ਅਰਥ ਕੀ ਨੇ ਔਰ ਸੱਭਿਆਚਾਰ। ਅੱਛਾ, ਵਿਆਹ ਦੇ ਸ਼ਾਬਦਿਕ ਅਰਥ ਵੀ ਨੇ? ਹਾਂ ਬਿਲਕੁਲ। ਕੀ ਨੇ ਵਿਆਹ ਦਾ? ਤੇ ਮਤਲਬ ਹੈਗਾ ਕਿ ਵਿਆਹ ਦਾ ਹੈਗਾ ਕਿ ਜਦੋਂ ਤੱਕ ਵਿਆਂਦੜ ਇੱਕ ਲਫ਼ਜ਼ ਹੈਗਾ, ਵਿਆਂਦੜ ਦਾ ਮਤਲਬ ਹੈਗਾ ਕਿ ਤੁਸੀਂ ਉਸ ਪਾਸੇ ਬਿਜ਼ੀ ਹੋ ਗਏ, ਉਹਦੇ ਨਾਲ ਜੁੜ ਗਏ। ਵਿਆਂਦੜ ਦਾ ਹੋ ਗਿਆ ਕਿ ਤੁਸੀਂ ਉਸ ਇੱਕ ਏਰੀਆ ਮੱਲ ਲਿਆ, ਉਹਦੇ ਵਿੱਚ ਆ ਗਏ। ਕਿਉਂਕਿ ਜਿਹੜਾ ਬਚਪਨ ਆ, ਬਚਪਨ ਤੋਂ ਜਿਹੜੀ ਚਾਰ ਅਵਸਥਾ ਬੰਦੇ ਦੀਆਂ ਆਉਂਦੀਆਂ, ਬਚਪਨ ਆ ਗਿਆ, ਬੁਢਾਪਾ ਆ ਗਿਆ ਤੇ ਫਿਰ ਜਵਾਨੀ ਆ ਗਈ, ਤੇ ਵਿਚਕਾਰਲਾ ਮੇਲ ਜਦੋਂ ਕੋਈ ਡਿਸਾਈਡ ਨਹੀਂ ਕਰਦਾ ਤੇ ਜਿਸ 'ਚ ਛੜੇ ਵੀ ਰਹਿੰਦੇ। ਇੱਕ ਇਹ ਵੀ ਕਨਸੈਪਟ ਹੈਗਾ। ਤੇ ਵਿਆਹ ਦਾ ਮਤਲਬ ਹੈਗਾ ਕਿ ਤੁਸੀਂ ਗ੍ਰਸਤ ਦੇ ਮਾਮਲੇ 'ਚ ਆ ਗਏ, ਤੁਸੀਂ ਹੁਣ ਇੱਕ ਜ਼ਿੰਮੇਵਾਰ ਇਨਸਾਨ ਬਣ ਗਏ ਜੇ। ਇਹ ਉਹਦਾ ਅਰਥ ਹੈਗਾ। ਲਾਤੀਨੀ ਭਾਸ਼ਾ ਤੋਂ ਨਿਕਲਿਆ ਲਫ਼ਜ਼ ਹੈਗਾ, ਲੈਟਨ ਚੋਂ, ਔਰ ਤਦ ਕਰਕੇ ਹੈਗਾ। ਤੇ ਜਦੋਂ ਕਿ ਇਹਦੇ ਵਿੱਚ ਇੱਕ ਮੈਰਿਜ ਐਕਟ ਹੈਗਾ, ਜਿਹੜਾ ਇੰਡੀਅਨ ਪੀਨਲ ਕੋਡ ਆ, ਉਹਦੇ ਵਿੱਚ ਹੀ ਮੈਰਿਜ ਐਕਟ ਦੇ ਰਾਹੀਂ ਜਿਹੜੀ ਮੈਰਿਜ ਹੁੰਦੀ ਆ। ਕਿਉਂਕਿ ਮੁਸਲਮਾਨਾਂ ਦਾ ਥੋੜਾ ਜਿਹਾ ਹੋਰ ਆ, ਉਹਨਾਂ ਦਾ ਆਪਣਾ ਕੁਰਾਨ ਨਾਲ ਤਵੱਲਕ ਹੈਗਾ, ਕੁਰਾਨ ਦੇ ਰਾਹੀਂ ਹੁੰਦਾ ਹੈ। ਤਲਾਕ ਦਾ ਵੀ ਬੜਾ ਜਲਦੀ ਕੰਮ ਹੋ ਜਾਂਦਾ ਉਹਨਾਂ ਦਾ। ਤੇ ਆਪਣਾ ਜੇ ਅਸੀਂ ਵੇਖੀਏ ਤੇ ਸਿੱਖ ਮਰਿਆਦਾ 'ਚ ਹੈ ਨਾ, ਜਿਹਦੇ 'ਚ ਲਾਵਾਂ ਫੇਰੇ ਨੇ, ਔਰ ਇਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਬਿਆਨ ਉਹਨਾਂ ਦਾ ਜਿਹੜਾ ਫਰਮਾਨ ਉਹ ਅਸੀਂ ਉਹਨੂੰ ਲੈ ਕੇ ਫਿਰ ਅਸੀਂ ਵਿਆਹ ਦਾ ਕੰਮ ਸ਼ੁਰੂ ਕਰਦੇ ਹਾਂ। ਇਹ ਹੈਗਾ ਕਿ ਸੰਜੋਗ ਵਿਜੋਗ ਦੋਏ ਕਾਰ ਚਲਾਵਣ, ਲੇਖੇ ਆਏ ਭਾਗ। ਸੰਜੋਗਾਂ ਦੀ ਗੱਲ ਗਿਣੀ ਜਾਂਦੀ ਹੈ ਗੁਰਬਾਣੀ 'ਚ। ਔਰ ਇਸੇ ਕਰਕੇ ਧਾਰਮਿਕ ਅਕੀਦਾ ਵੀ ਹੈਗਾ, ਧਾਰਮਿਕ ਪ੍ਰਿੰਸੀਪਲ ਵੀ ਹੈਗਾ, ਸਿਧਾਂਤ ਵੀ ਹੈਗਾ, ਵਿਧਾਨ ਵੀ ਹੈਗਾ, ਉਹਦੇ ਰਾਹੀਂ ਇਹ ਚੱਲਦਾ ਸਾਰਾ ਕੁਝ। ਪਰ ਤੁਸੀਂ ਅੱਜ ਗੱਲ ਕੀਤੀ ਹੈ ਦੇ ਕਲਚਰ ਦੀ, ਸੱਭਿਆਚਾਰ ਦੇ ਮੇਲ ਦੀ, ਆਪਾਂ ਉੱਥੋਂ ਗੱਲ ਕਰਾਂਗੇ ਕਿ ਉਹ ਕੀ ਹੈ। ਤੁਸੀਂ ਥੋੜਾ ਜਿਹਾ ਇਹਦੇ ਬਾਰੇ ਤੁਸੀਂ ਦੇਖੋ, ਮੈਂ ਨਾ ਕਹਿਣੇ ਲੱਗੀ ਸੀਗੀ ਕਿ ਦੁਨੀਆ ਦੇ ਉੱਤੇ ਬੜੇ ਵਿਆਹ ਮਸ਼ਹੂਰ ਆ, ਹਨਾ। ਕੋਈ ਮਤਲਬ ਕਿ ਸਮੁੰਦਰ ਦੇ ਵਿੱਚ ਜਾ ਕੇ ਵਿਆਹ ਕਰਾਉਂਦਾ, ਅੱਜ ਕੱਲ੍ਹ ਕੋਈ ਪੈਰਾਸ਼ੂਟ ਤੇ ਵਿਆਹ ਕਰਾਉਂਦਾ, ਕੋਈ ਜਹਾਜ਼ ਵਿੱਚ ਕਰਾਉਂਦਾ, ਲੋਕ ਡੈਸਟੀਨੇਸ਼ਨ ਵੈਡਿੰਗਸ ਕਰਾਉਣ ਲੱਗ ਗਏ। ਹਰੇਕ ਵੱਖਰੇ ਵੱਖਰੇ ਤਰੀਕੇ ਲੱਭਣ ਲੱਗ ਗਏ। ਕੋਈ ਕਹਿੰਦਾ ਮੈਂ ਹੈਲੀਕਾਪਟਰ 'ਚ ਬਹਿ ਕੇ ਅੰਗੂਠੀ ਪਾਈ, ਕੋਈ ਕਹਿੰਦਾ ਮੈਂ ਸ਼ਿਪ 'ਚ ਪਾਈ, ਕਿਸੇ ਨੇ ਊਂਠ ਤੇ, ਘੋੜੇ ਤੇ, ਜਿੱਦਾਂ ਕਿਸੇ ਦਾ ਦਿਲ ਕਰਦਾ। ਚਾਹੇ ਦੁਨੀਆ ਤੇ ਜਿੰਨੇ ਮਰਜ਼ੀ ਤਰੀਕੇ ਦੇ ਵਿਆਹ ਆ ਜਾਣ, ਪਰ ਪੰਜਾਬੀਆਂ ਦਾ ਵਿਆਹ ਜਿਹੜਾ ਜਿੰਨਾ ਮਸ਼ਹੂਰ ਆ ਨਾ, ਉਹਦੀ ਕੋਈ ਜਗ੍ਹਾ ਨਹੀਂ ਲੈ ਸਕਦਾ। ਸਾਰੇ ਕਹਿੰਦੇ ਆ ਕਿ ਪੰਜਾਬੀ ਜਿਸ ਤਰੀਕੇ ਦੇ ਨਾਲ ਵਿਆਹ ਸ਼ਾਦੀਆਂ ਕਰਦੇ ਆ, ਉਹ ਦੁਨੀਆ ਦੇ ਲਈ ਉੱਤੇ ਮਤਲਬ ਹੁੰਦੀ ਆ ਕਿ ਸਾਰੇ ਲੋਕ ਕਹਿੰਦੇ ਇੰਨਾ ਪੈਸਾ। ਹਾਲਾਂਕਿ ਮੈਨੂੰ ਇੱਦਾਂ ਲੱਗਦਾ ਕਿ ਵਿਆਹਾਂ ਤੇ ਇੰਨਾ ਪੈਸਾ ਨਹੀਂ ਖਰਚਣਾ ਚਾਹੀਦਾ ਜਿੰਨਾ ਲੋਕ ਖਰਚਦੇ ਆ, ਪਰ ਫਿਰ ਵੀ ਪੰਜਾਬੀਆਂ ਦੀਆਂ ਰਸਮਾਂ ਜਿਹੜੀਆਂ ਵਿਆਹਾਂ ਤੇ ਕੀਤੀਆਂ ਜਾਂਦੀਆਂ, ਜਿਸ ਤਰੀਕੇ ਦੇ ਨਾਲ ਪੰਜਾਬੀ ਆਪਣੇ ਕਲਚਰ ਨੂੰ ਨਿਭਾਉਂਦੇ ਆ ਵਿਆਹਾਂ ਦੇ ਦੌਰਾਨ, ਉਹ ਬਿਲਕੁਲ ਹੀ ਵੱਖਰਾ ਆ ਸਾਰੀ ਦੁਨੀਆ ਦੇ ਨਾਲੋਂ। ਹੁਣ ਤੁਸੀਂ ਦੇਖ ਲਓ ਕਿਹੜਾ ਮਤਲਬ ਕਿ ਦੁਨੀਆ ਦੇ ਕਿਤੇ ਹੋਰ ਵਿਆਹ ਹੁੰਦਾ ਹੋਊਗਾ ਕਿ ਨਾਨਕੇ ਜਿਹੜੇ ਆ ਸ਼ੱਕ ਲੈ ਕੇ ਆਉਂਦੇ ਆ ਤਾਂ ਕਿੰਨੀ ਦੇਰ ਪਹਿਲਾਂ ਗਲੀ 'ਚ ਨੱਚੀ ਜਾਂਦੇ, ਪਾਣੀ ਧਾਣੀ ਬਾਅਦ 'ਚ ਪੀਂਦੇ ਆ। ਇਹ ਗੱਲ ਬਿਲਕੁਲ ਸਹੀ ਆ। ਜੇ ਅਸੀਂ ਸੱਭਿਆਚਾਰ ਦੇ ਪੱਖੋਂ ਵੇਖੀਏ ਤਾਂ ਪੰਜਾਬ ਸਭ ਤੋਂ ਅੱਗੇ ਆ। ਰੰਗਲਾ ਪੰਜਾਬ ਹੀ ਹੈ, ਕਲਚਰ ਇਹਦਾ ਬੜਾ ਰੰਗਲਾ ਤੇ ਬੜਾ ਕਲਰਫੁਲ ਆ। ਜੇ ਅਸੀਂ ਗੱਲ ਕਰੀਏ ਪ੍ਰਾਚੀਨ ਸਮੇਂ ਤੋਂ, ਜਦੋਂ ਕੋਈ ਪੁਰਾਤਨ ਪੰਜਾਬ ਸੀਗਾ, ਜਿਹਦੇ ਵਿੱਚ ਕੌਰਵ ਪਾਂਡਵ ਤੇ ਰਮਾਇਣ ਦੀ ਗੱਲ ਆਉਂਦੀ ਆ, ਉਹਨਾਂ ਦੇ ਵੇਦਾਂ ਗ੍ਰੰਥਾਂ ਦੀ ਹੁੰਦੀ ਆ, ਜਿਹਦੇ ਵਿੱਚ ਰਿਗਵੇਦ, ਅਥਰਵੇਦ, ਸਾਮਵੇਦ, ਇਹ ਸਾਰੇ ਚਾਰੇ ਵੇਦਾਂ ਦੀ ਗੱਲ ਆਉਂਦੀ ਆ। ਉਹਨਾਂ ਵੇਦਾਂ 'ਚ ਵੀ ਜਿਹੜਾ ਹੈਗਾ ਸਵੰਬਰ ਦੀ ਰਚਨਾ ਹੁੰਦੀ ਸੀ, ਸਵੰਬਰ ਰਚਿਆ ਜਾਂਦਾ ਸੀ, ਰਾਜੇ ਮਹਾਰਾਜੇ ਕਰਦੇ ਸੀ, ਬਾਕੀ ਤਾਂ ਸਿੰਪਲ ਮੈਰਿਜ ਹੁੰਦੀ ਸੀ। ਉਹਨਾਂ ਵਿੱਚ ਜਿਸ ਤਰ੍ਹਾਂ ਪਾਂਡਵਾਂ 'ਚ ਗੁਰੂ ਜਿਹਦੇ ਵਿੱਚ ਉਹਨਾਂ ਨੇ ਇਹ ਅੰਕਿਤ ਕੀਤਾ ਹੈਗਾ ਕਿ ਜਦੋਂ ਇੱਕ ਸ਼ਰਤ ਰੱਖੀ ਜਾਂਦੀ ਸੀ ਕੁੜੀ ਦੇ ਵਿਆਹ 'ਤੇ,
ਅਰਜਨ ਨੇ ਜਦੋਂ ਤੀਰ ਚਲਾ ਕੇ ਮੱਛੀ ਨੂੰ ਜਦੋਂ ਮਾਰਿਆ ਉਹ ਹੈਗਾ। ਔਰ ਉਹਦੇ 'ਚ ਸੀਤਾ ਦਾ ਮੈਰਿਜ ਜਦੋਂ ਹੋਈ ਆ ਉਹ ਵੀ ਇੱਕ ਸਵੰਬਰ ਰਚਿਆ ਗਿਆ। ਔਰ ਦ੍ਰੋਪਦੀ ਦੇ ਵਿਆਹ 'ਤੇ ਵੀ ਸਵੰਬਰ ਰਚਿਆ ਗਿਆ। ਔਰ ਕੌਰਵ ਪਾਂਡਵ ਦੇ ਟਾਈਮ ਦੀ ਇਹ ਰਚਨਾ ਹੈਗੀ ਸਾਰੀ। ਔਰ ਉਦੋਂ ਬਾਅਦ ਫਿਰ ਸਾਡੇ ਜਿਹੜੇ ਆਮ ਲੋਕ ਨੇ ਜਾਂ ਕਲਚਰ ਦੇ ਨਾਲ ਸੰਬੰਧਿਤ ਹੈਗਾ, ਇਹ ਤਾਂ ਇੱਕ ਹੋਰ ਤਰ੍ਹਾਂ ਦਾ ਕਲਚਰ ਨਾਲ ਜੁੜਿਆ ਗੱਲ ਹੈ ਜਿਹੜੀ ਲੋਕਾਂ ਦੇ ਅਜੇ ਵੀ ਮਨਾਂ ਵਿੱਚ ਵਸੀ ਹੋਈ ਹੈ। ਗੱਲ ਰਹੀ ਗੱਲ ਕਿ ਇਹ ਜਦੋਂ ਸ਼ੁਰੂਆਤ ਹੁੰਦੀ ਸੀ ਇਹਦੇ ਵਿੱਚ ਲੋਕ ਗੀਤਾਂ ਦਾ ਵੀ ਬੜਾ ਵਿਆਖਿਆ ਹੈਗੀ ਆ। ਰੱਬ ਨੇ ਬਣਾਈਆਂ ਜੋੜੀਆਂ ਚੌਲ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਇਹ ਹੁੰਦਾ ਸੀ ਹੈ ਨਾ। ਉਹਦੇ 'ਚ ਹੁੰਦਾ ਵੀ ਤੇਰੀ ਮੇਰੀ ਇੱਕ ਜਿੰਦੜੀ ਤੇ ਰੱਬ ਨੇ ਦੋ ਕਲਬੂਤ ਬਣਾਏ। ਇਹ ਹੁੰਦਾ ਸੀ ਵੀ ਰੱਬ ਨੇ ਬਣਾ ਕੇ ਸਾਨੂੰ ਭੇਜਿਆ ਉੱਥੇ। ਵੈਸੇ ਇਹਨੂੰ ਲੋਕ ਮੰਨਦੇ ਰਹੇ ਵੀ ਤੁਰੋਂ ਸੰਜੋਗ ਹੈ। ਕਿੰਨੀ ਲੋਕਾਂ 'ਚ ਨਿਮਰਤਾ ਹੁੰਦੀ ਸੀ ਵੀ ਇਹ ਅੱਜ ਇੱਥੇ ਨਹੀਂ ਰਚਿਆ ਗਿਆ ਕੰਮ, ਇਹ ਤੁਰੋਂ ਜਦੋਂ ਜੰਮਦਾ ਬੱਚਾ ਜਾਂ ਕੁੜੀ ਜੰਮਦੀ ਉਦੋਂ ਹੀ ਹੁੰਦਾ। ਧੀ ਨੂੰ ਪਰਾਈ ਦਾਤ ਕਹਿੰਦੇ ਸੀ, ਇਹ ਪਰਾਈ ਦਾਤ ਹੈ। ਜਦੋਂ ਜੰਮਦੀ ਤੇ ਮਾਂ ਪਿਓ ਨੂੰ ਪਤਾ ਵੀ ਹੁਣ ਸਾਡੇ ਘਰ 'ਚ ਨਹੀਂ ਰਹਿਣਾ, ਇਹਨੇ ਤੇ ਦੂਜੇ ਘਰ ਨੂੰ ਵਸਾਉਣਾ। ਔਰ ਜਦੋਂ ਕੁੜੀ ਦੂਜੇ ਘਰ 'ਚ ਜਾਂਦੀ ਹੈ, ਦੇਖੋ ਉਹ ਇੱਕ ਜਿਹੜਾ ਸੰਯੁਕਤ ਪਰਿਵਾਰ ਆ ਉਹਨੂੰ ਇਹਨੇ ਸਾਈਕੋਲੋਜੀਕਲੀ ਭਾਂਪਣਾ ਵੇਖਣਾ ਕਰਨਾ ਤੇ ਉੱਥੇ ਇਹਨੇ ਨਵਾਂ ਵਰਤਾਓ ਸ਼ੁਰੂ ਕਰਨਾ। ਕਿਉਂਕਿ ਉੱਥੇ ਜਿਹੜੀ ਸੱਸ ਆ ਉਹਦੀ ਮਾਂ ਵਰਗੀ ਆ ਔਰ ਜਿਹੜਾ ਉਹਦੇ ਦੇਵ ਜੇਠ ਭਰਾਵਾਂ ਵਰਗੇ ਹੁੰਦੇ ਆ। ਉਹ ਜ਼ਮਾਨੇ ਦੀ ਗੱਲ ਆ। ਅੱਜ ਤਾਂ ਵਿਗੜਦਾ ਰੂਪ ਬੜਾ ਕੁਝ ਹੋ ਗਿਆ, ਪਰ ਉਦੋਂ ਜੁਆਇੰਟ ਫੈਮਿਲੀ 'ਚ ਹੁੰਦਾ ਵੀ ਕੁੜੀ ਆਪਣੇ ਘਰ ਨੂੰ ਤਰੀਕੇ ਨਾਲ ਰਹਿੰਦੀ ਸੀ। ਔਰ ਮਾਂ ਪਿਓ ਕਹਿੰਦੇ ਸੀ ਵੀ ਗਾਂ ਜਦੋਂ ਹੈਗਾ ਗਾਂ ਨੂੰ ਛੱਡਣਾ ਕਿਸੇ ਘਾਹ ਵਾਲੇ ਥਾਂ ਛੱਡੋ, ਧੀ ਨੂੰ ਜਦੋਂ ਵਿਆਹਣਾ ਕਿਸੇ ਰੱਜ ਦੇ ਪੁੱਜਦੇ ਘਰ 'ਚ, ਸਾਡੀ ਧੀ ਸਦਾ ਸਦਾ ਖੁਸ਼ ਰਵੇ। ਇਹ ਮਾਂ ਪਿਓ ਦੀ ਜਿਹੜੀ ਇੱਕ ਰੱਬ ਵੱਲੋਂ ਅਰਦਾਸ ਹੁੰਦੀ ਸੀ। ਔਰ ਜੇ ਅਸੀਂ ਕਲਚਰ ਦੇ ਵਿੱਚ ਝਾਤ ਮਾਰੀਏ ਤੇ ਕਲਚਰ ਦੇ ਨਾਲ ਸੰਬੰਧਿਤ ਜਦੋਂ ਦੇਖਦੇ ਹਾਂ, ਇਹਦੇ 'ਚ ਵੀ ਬੜਾ ਇਸ ਤਰ੍ਹਾਂ ਦਾ ਤਰੀਕਾ ਹੈਗਾ ਕਿ ਦੋ ਪਰਿਵਾਰਾਂ ਨੂੰ ਜੋੜਨਾ ਜਿਹੜਾ ਸੀ ਉਦੋਂ ਪਣਤਾਊਵਾਦ ਨੇ ਵੀ ਬੜਾ ਕੁਝ ਦਿੱਤਾ। ਪਾਂਦੇ ਇਹ ਦੇਖਦੇ ਹੁੰਦੇ ਸੀ, ਉਹ ਦੇਖਦੇ ਸੀ ਪਹਿਲਾਂ ਜਦੋਂ ਕੁੜੀ ਦਾ ਸ਼ਗਨ ਹੁੰਦਾ ਸੀ, ਜਦੋਂ ਕੁੜੀ ਦੇ ਲਈ ਵਰ ਵੇਖਣਾ, ਉਦੋਂ ਬਹੁਤ ਲੋਕਾਂ ਨੂੰ ਦੇ ਪਿੰਡਾਂ 'ਚ ਭੇਜਿਆ ਜਾਂਦਾ ਸੀ ਜਿੱਥੇ ਦੱਸ ਜਿਹਨੂੰ ਆਪਾਂ ਵਾਰ ਟੋਲਣ ਦੀ ਰਸਮ ਕਹਿ ਦਿੰਦੇ ਆ ਹਨਾ। ਹਾਂ, ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਨੇ ਮੇਰੇ ਲਈ ਵਰ ਟੋਲਿਆ, ਇਹ ਹੁੰਦਾ ਸੀ। ਇਹ ਕੁੜੀਆਂ ਦੇ ਬਿਲਕੁਲ ਬਿਲਕੁਲ ਰੋਹੀ ਦੀ ਕਿੱਕਰ ਬਹੁਤ ਕਾਲੀ ਹੁੰਦੀ ਸੀ, ਇਸ ਕਰਕੇ ਉਹ ਜ਼ਮਾਨੇ ਦੀਆਂ ਗੱਲਾਂ। ਔਰ ਵਰ ਟੋਲਣ ਲਈ ਮਾਂ ਪਿਓ ਆਪ ਤਾਂ ਨਹੀਂ ਸੀ ਜਾਂਦੇ, ਲੱਗ ਹੀ ਜਾਂਦੇ ਸੀ। ਚਲਾਈ ਜਾਂਦਾ ਸੀਗਾ, ਉਹ ਦੇਖਦਾ ਹੁੰਦਾ ਸੀ। ਫਿਰ ਉਹਨੇ ਦੱਸਣਾ ਵੀ ਆਹ ਪਰਿਵਾਰ ਇਦਾਂ ਦਾ, ਆਹ ਇਦਾਂ ਦਾ। ਕੋਈ ਫੋਟੋ ਨਹੀਂ ਸੀ ਹੁੰਦੀ, ਕੋਈ ਮੁੰਡਾ ਨਹੀਂ ਸੀ ਵੇਖਣਾ, ਔਰ ਝੂਠ ਵੀ ਨਹੀਂ ਸੀ ਹੁੰਦੇ। ਝੂਠ ਵੀ ਨਹੀਂ ਸੀ। ਤੁਸੀਂ ਦੇਖ ਲਓ ਬਿਨਾ ਫੋਟੋ ਦੇ, ਬਿਨਾ ਕਿਸੇ ਟੈਲੀਫੋਨ ਤੇ ਗੱਲਬਾਤ ਕੀਤਿਆਂ ਹਨਾ, ਰਿਸ਼ਤੇਦਾਰੀਆਂ ਸਾਖ ਸੰਬੰਧੀਆਂ ਦੇ ਵਿੱਚੋਂ ਬੜੇ ਸੱਚੇ ਤੇ ਸੁੱਚੇ ਰਿਸ਼ਤੇ ਹੁੰਦੇ ਸੀ। ਧੋਖਿਆਂ ਦੇ ਚਾਂਸ 1 ਜਾਂ 2% ਹੀ ਹੁੰਦੇ ਸੀ। ਅਸਲ 'ਚ ਲੋਕ ਨਾ ਦਿਲੋਂ ਬੜੇ ਸੱਚੇ ਸੀ। ਲੋਕ ਜਿਹੜੀ ਗੱਲ ਕਰਦੇ ਨਾ ਜ਼ੁਬਾਨ ਦੀ ਗੱਲ ਹੁੰਦੀ, ਜੋ ਜ਼ੁਬਾਨ ਨਾਲ ਗੱਲ ਕਹਿਤੀ ਉਹ ਲਿਖਤ ਹੁੰਦੀ ਸੀ, ਲਿਖਣਾ ਨਹੀਂ। ਹੁਣ ਲਿਖਤ ਵੀ ਆ ਪਰ ਨੋਟ ਤੇ ਜਿਹੜੀ ਲਿਖੀ ਆ ਜਾਂ ਜੋ ਕਚਹਿਰੀ 'ਚ ਲਿਖਿਆ ਗਿਆ ਉਹ ਤੋਂ ਹੀ ਮੁੱਕਰ ਜਾਂਦੇ ਲੋਕ। ਉਹ ਜ਼ਮਾਨਾ ਇਸ ਤਰ੍ਹਾਂ ਦਾ ਸੀਗਾ। ਤੇ ਉਹਦੇ 'ਚ ਜਦੋਂ ਲਾਗੀ ਜਾਂਦਾ ਸੀ ਉੱਥੇ ਵੇਖਣ ਲਈ, ਮੁੰਡਾ ਉਹਨਾਂ ਨੂੰ ਪਸੰਦ ਆ ਜਾਂਦਾ ਸੀ। ਫਿਰ ਉਹ ਵਿਚੋਲੇ ਨੂੰ ਦੱਸਦਾ ਸੀ, ਲਾਗੀ ਸਿੱਧਾ ਨਹੀਂ ਸੀ ਕਰਦਾ। ਇੱਕ ਵਿਚੋਲੀ ਤੇ ਵਿਚੋਲਾ, ਦੋ ਮੀਡੀਏਟਰ ਹੁੰਦੇ ਸੀ ਜਿਨ੍ਹਾਂ ਨੇ ਅੱਗੇ ਫਾਈਨਲ ਵਿੱਚ ਓਲਾ ਰੱਖਣ ਵਾਲਾ ਵਿਚੋਲਾ, ਵਿੱਚ ਓਲਾ ਉਹਦਾ ਵਰਡ ਬਿਲਕੁਲ। ਉਹ ਦੇਖਦਾ ਸੀ ਜਾ ਕੇ, ਫਿਰ ਉਹਨੇ ਵੇਖਣਾ, ਉਹਨੇ ਪਹਿਲਾਂ ਸਾਰੀ ਦੱਸਣੀ ਉਹਨਾਂ ਨੂੰ ਵੀ ਆਹ ਖਾਨਦਾਨ ਆ, ਉਹ ਪਿਛਲੇ ਕੁੜੀ ਦੇ ਮੁੰਡੇ ਦੇ ਜਾਂ ਨਾਨਕੇ ਕਿੱਥੇ ਆ। ਨਾਨਕੇ ਦੇਖਦੇ ਵੀ ਇਹਨਾਂ ਦਾ ਕੀ ਕਾਸਟ ਕੀ ਹੈਗੀ। ਪਹਿਲਾਂ ਜਿਹੜਾ ਹੈਗਾ ਸੀਗਾ ਜੱਟ ਬਰਾਦਰੀ ਤੇ ਨਹੀਂ ਸੀ ਕਰਦੇ, ਸੰਧੂ ਵਾਲ ਨਹੀਂ ਸੀ ਕਰਦੇ, ਚਾਲ ਵਾਲ ਨਹੀਂ ਕਰਦੇ, ਢਿੱਲੋਂ ਵਾਲ ਨਹੀਂ। ਹੁਣ ਐਜੂਕੇਸ਼ਨ ਆ ਗਈ ਹੈ, ਲੋਕ ਪੜ੍ਹ ਲਿਖ ਗਏ ਆ, ਹੁਣ ਹੋ ਗਿਆ ਇੰਟਰਕਾਸਟ, ਇਹਨੂੰ ਇੰਟਰਕਾਸਟ ਕਹਿੰਦੇ ਆ। ਬੇਸਿਕਲੀ ਤਾਂ ਜੱਟ ਹੈ ਪਰ ਉਹ ਨਹੀਂ, ਪਰ ਇਹਦੇ ਵਿੱਚ ਕਈ ਕੌਮਾਂ ਹੈਗੀਆਂ ਜਿਹੜੇ ਵਿੱਚੇ ਕਰੀ ਜਾਂਦੇ ਆ। ਮਾਸੀ ਤੱਕ ਵੀ ਕਰ ਜਾਂਦੇ ਆ, ਨਾਨਕੇ ਵੀ ਹੋ ਜਾਂਦਾ, ਲਬਾਣਾ ਕੌਮਾਂ ਨਾਨਕੇ ਵੀ ਕਰ ਜਾਂਦੇ ਆ। ਹੋਰ ਵੀ ਹੈਗਾ ਮੁਸਲਮਾਨ ਸਿਰਫ ਆਪਣਾ ਜਿਹੜਾ ਸਕੀ ਭੈਣ, ਜਿਹੜਾ ਆਪਣਾ ਜਿਹੜੀ ਇੱਕ ਸਾਂਝਾ ਦੁੱਧ ਚੁੰਗਿਆ ਉਹ ਨਹੀਂ, ਉਹਦੇ ਨਾਲ ਨਹੀਂ ਕਰਨਗੇ, ਬਾਕੀ ਸਾਰਿਆਂ ਨਾਲ। ਮਿਰਜ਼ਾ ਸਾਹਿਬਾਂ, ਭੂਆ ਮਾਮੇ ਦੇ ਪੁੱਤ ਆਪੋ ਵਿੱਚ ਹੈਗੇ ਆ, ਹੈ ਨਾ। ਹੀਰ ਰਾਂਝਾ, ਇਹ ਸਾਰੇ ਜਿਹੜੇ ਪ੍ਰੀਤ ਕਹਾਣੀਆਂ, ਇਹਨਾਂ ਵਿੱਚ ਲੈਲਾ ਮਜਨੂ, ਇਹ ਸਾਰੀਆਂ ਪ੍ਰੀਤ ਕਹਾਣੀਆਂ ਦੇ ਵਿੱਚੋਂ ਆਪਣੀ ਰਿਸ਼ਤੇਦਾਰੀ ਉਹਨਾਂ ਦੇ ਆਪਣਾ ਟੱਬਰ ਹੈ। ਇਸ ਕਰਕੇ ਕਰਦੇ ਹੁੰਦੇ ਸੀ ਕਿ ਇਹ ਆਪਣਾ ਖਾਨਦਾਨ ਆ, ਇਹਦੇ ਵਿੱਚ ਕੋਈ ਬੋਲ ਚਾਲ ਨਹੀਂ ਆਊਗਾ, ਰੌਲਾ ਨਹੀਂ ਪਊਗਾ, ਕੁਝ ਨਹੀਂ ਹੋਊਗਾ। ਔਰ ਇੱਕ ਇਹ ਵੀ ਕਰਦੇ ਵੀ ਜਾਇਦਾਦ ਬਾਹਰ ਨਹੀਂ ਜਾਊਗੀ, ਪ੍ਰੋਪਰਟੀ ਜਿਹੜੀ ਅੰਦਰੇ ਰਹੂਗੀ। ਇਹ ਉਹਨਾਂ ਦੀ ਸੋਚ ਹੁੰਦੀ ਸੀ, ਇਹ ਵਧੀਆ ਸੋਚ ਸੀ। ਔਰ ਉਦੋਂ ਤੱਕ ਉਹ ਕੋਈ ਤਲਾਕ ਨਹੀਂ ਸੀ ਹੁੰਦਾ, ਕੋਈ ਇਸ ਤਰ੍ਹਾਂ ਦਾ ਡਿਵੋਰਸ ਨਹੀਂ ਸੀ ਹੁੰਦਾ। ਉਹ ਜ਼ਮਾਨਾ ਇੰਨਾ ਸ਼ਾਂਤ ਜ਼ਮਾਨਾ ਸੀ। ਇਸ ਕਰਕੇ ਜ਼ਮਾਨਾ ਹੁੰਦਾ ਕਿ ਬੰਦੇ ਵੀ ਇੱਕ ਆਪਣਾ ਸਕਾ ਜਿਹੜਾ ਬਲੱਡ ਖੂਨ ਆ ਉਹ ਛੱਡ ਦਿੰਦੇ ਸੀ, ਬਾਕੀ ਕਰ ਲੈਂਦੇ ਸੀ। ਮੁਸਲਮਾਨ ਤਾਂ ਅਜੇ ਵੀ ਕਰਦੇ, ਮੁਸਲਮਾਨਾਂ 'ਚ ਅਜੇ ਇਸੇ ਤਰ੍ਹਾਂ ਹੈਗਾ। ਅੰਗਰੇਜ਼ ਆਪਣੇ ਵਿੱਚ ਹੀ ਕਰੀ ਜਾਂਦੇ ਸਾਰੇ, ਕ੍ਰਿਸਚਨਾਂ ਦਾ ਵੀ ਇਦਾਂ ਹੀ ਹੈਗਾ। ਜਿਹੜੇ ਕੈਥੋਲਿਕ ਉਹ ਨਹੀਂ, ਪ੍ਰੋਟੈਸਟੈਂਟ ਜਿਹੜੇ ਉਹ ਕਰ ਲੈਂਦੇ ਆ। ਇਸ ਤਰ੍ਹਾਂ ਦੇ ਦੋ ਸੈਕਟ ਹੈਗੇ।
ਮਤਲਬ ਹੌਲੀ ਹੌਲੀ ਫਿਰ ਵਿਚੋਲਿਆਂ ਨੇ ਫਿਰ ਦੱਸ ਪਾ ਦੇਣੀ, ਫਿਰ ਇਹ ਦੇਖਣਾ ਕਿ ਕਿੱਥੇ ਵਿਆਹ ਕਰਨਾ ਕਿੱਥੇ ਨਹੀਂ ਕਰਨਾ। ਇਹ ਵੀ ਤੁਸੀਂ ਵਧੀਆ ਦੱਸ ਦਿੱਤਾ ਕਿ ਕੌਣ ਕਿੱਦਾਂ ਵਿਆਹ ਕਰ ਲੈਂਦਾ ਹਨਾ। ਹੁਣ ਉਦਾਹਰਨ ਦੇ ਤੌਰ ਤੇ ਕਈ ਲੋਕ ਆਪਣੀ ਨਾਨਕਿਆਂ ਦੀ ਵੀ ਗੋਤ ਮਿਲਾਉਂਦੇ ਆ, ਦਾਦਕਿਆਂ ਦੀ ਵੀ ਗੋਤ ਮਿਲਾਉਂਦੇ ਆ, ਕਈ ਇਹਨਾਂ ਸਭ ਚੀਜ਼ਾਂ ਦੇ ਵਿੱਚ ਸਮੇਂ ਦੇ ਹਿਸਾਬ ਦੇ ਨਾਲ ਵਿਸ਼ਵਾਸ ਨਹੀਂ ਰੱਖਦੇ। ਪਰ ਜਿਹੜੀ ਪੁਰਾਣੀ ਵਿਰਾਸਤ ਆ ਉੱਤੇ ਚੰਗੀ ਤਰ੍ਹਾਂ ਐਨ ਘੋਖਿਆ ਜਾਂਦਾ ਸੀ ਕੌਣ ਕੀ ਹੈਗਾ ਕੌਣ ਕੀ ਨਹੀਂ ਹੈਗਾ, ਸਾਰਾ ਸੋਚਣ ਤੋਂ ਬਾਅਦ ਫਿਰ ਦੱਸ ਪਾ ਦਿੱਤੀ ਜਾਂਦੀ ਸੀ। ਦੱਸ ਪਾਉਣ ਤੋਂ ਬਾਅਦ ਫਿਰ ਮੈਨੂੰ ਲੱਗਦਾ ਵਿਆਹ ਧੁਰੇ ਚੜ੍ਹਨਾ ਜਦੋਂ ਸ਼ੁਰੂ ਹੋ ਜਾਂਦਾ ਸੀ, ਫਿਰ ਅਸਲੀ ਕੰਮ ਸ਼ੁਰੂ ਹੁੰਦਾ ਹੋਣਾ ਰਸਮਾਂ ਦਾ ਹਨਾ। ਮੇਚਾ ਭੇਜਣਾ ਕਿ ਮੁੰਡੇ ਦਾ ਨਾਪ ਲੈ ਲਓ, ਕੁੜੀ ਦਾ ਨਾਪ ਲੈ ਲਓ, ਫਿਰ ਬਾਅਦ ਦੇ ਵਿੱਚ ਮੇਚਾ ਭੇਜਣ ਤੋਂ ਬਾਅਦ ਫਿਰ ਸਾਹੇ ਚਿੱਠੀ ਵੀ ਜਾਣੀ। ਸਾਹੇ ਚਿੱਠੀ ਦਾ ਤਾਂ ਹੁਣ ਦੁਬਾਰਾ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਰਿਵਾਜ ਆਉਣ ਲੱਗ ਗਿਆ, ਪਿੱਛੇ ਜੇ ਘਟ ਗਿਆ ਸੀ। ਹਾਲਾਂਕਿ ਪੁਰਾਣੇ ਸਮਿਆਂ 'ਚ ਸਾਹੇ ਚਿੱਠੀ ਦਾ ਮਤਲਬ ਇੱਕ ਇਨਵੀਟੇਸ਼ਨ ਹੁੰਦਾ ਸੀ, ਹੁਣ ਸਾਹੇ ਚਿੱਠੀ ਚਾਹੇ ਇਨਵੀਟੇਸ਼ਨ ਫੋਨ ਤੇ ਦੇ ਦਈਏ ਪਰ ਇੱਕ ਫੈਸ਼ਨ ਦੁਬਾਰਾ ਬਣਦੀ ਜਾ ਰਹੀ ਹੈ। ਹਾਂ ਇਸੇ ਤਰ੍ਹਾਂ ਦਾ ਹੈਗਾ। ਇਹ ਰਸਮਾਂ ਰਿਵਾਜ ਤਾਂ ਬਹੁਤ ਹੈਗੇ ਵਿਆਹ ਦੇ, ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਓਪਨਿੰਗ 'ਚ ਕਿਹਾ ਨਾ ਕਿ ਇੱਕ ਵਿਆਹ ਤਾਂ ਮੇਲਾ, ਇਹਦੇ ਵਿੱਚ ਸੱਭਿਆਚਾਰ ਨਾਲ ਜੁੜਦੀਆਂ ਕਈ ਰੀਤੀ ਰਿਵਾਜ ਰਸਮਾਂ ਉਹ ਵਿਆਹ ਦੇ ਵਿੱਚ ਹੀ ਆਉਂਦੀਆਂ ਸ਼ੁਰੂ ਤੋਂ ਲੈ ਕੇ। ਪਹਿਲਾਂ ਤੋਂ ਆਪਾਂ ਮੁੰਡਾ ਵੇਖਣ ਵਿਖਾਉਣ ਦੀ ਗੱਲ ਕਰ ਰਹੇ ਨਾ, ਇਹਦੇ ਵਿੱਚ ਆਪਾਂ ਇਹ ਵੀ ਗੱਲ ਕਿਹਾ ਸੀਗਾ ਕਿ ਮੁੰਡਾ ਕੁੜੀ ਨਹੀਂ ਸੀ ਵੇਂਦਾ ਉਦੋਂ, ਉਹ ਜਦੋਂ ਘੁੰਡ ਚੁਕਾਈ ਕਰਦੇ ਮਾਂ ਪਿਓ ਬੈਠ ਕੇ ਉਦੋਂ ਕਰਦਾ ਸੀਗਾ। ਉਦੋਂ ਮੂੰਹ ਵੇਂਦਾ ਹੈ ਉਦਾਂ ਨਹੀਂ ਦੇਖਦਾ ਹੁੰਦਾ, ਕਿਉਂਕਿ ਉਹਨੂੰ ਯਕੀਨ ਸੀ ਮਾਂ ਪਿਓ ਬੁਰਾ ਨਹੀਂ ਕਰੂਗਾ, ਕਿਉਂਕਿ ਉਹ ਸਿਆਣੇ ਆ, ਉਹਨਾਂ ਨੂੰ ਪਤਾ ਕਿ ਜਿਹੜੀ ਕੁੜੀ ਨੇ ਸਾਡੇ ਘਰ ਆਉਣਾ ਪਰਿਵਾਰਾਂ ਨੂੰ ਬੰਨਣਾ ਹੈਗਾ ਔਰ ਪਰਿਵਾਰ ਅੱਗੇ ਵਧਣੇ ਹੈਗੇ ਆ, ਉਹ ਕੁੜੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਉਦੋਂ ਸੁਭਾਅ ਵੀ ਦੇਖਦੇ ਸੀ, ਕੁੜੀ ਦਾ ਮਿਲਣ ਵਰਤਣ ਵੀ ਦੇਖਦੇ ਸੀ, ਸ਼ਕਲ ਵੀ ਵੇਖਦੇ ਸੀ। ਹੁਣ ਜਿਹੜਾ ਹੁਣ ਐਜੂਕੇਸ਼ਨ ਵੇਖਦੇ ਆ, ਹੁਣ ਲੈਣ ਦੇਣ ਦੇਖਦੇ ਆ। ਉਦੋਂ ਸਿਰਫ ਪੈਸਾ ਨਹੀਂ ਸੀ ਵੇਖਦੇ, ਇਹਦੇ ਵਿੱਚ ਦਾਜ ਦੌੜ ਨਹੀਂ ਸੀ ਦੇਖਦੇ। ਔਰ ਕੁਝ ਪੰਜਾਬ 'ਚ ਅਜੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਪੰਜਾਬ 'ਚ ਜਿਹੜਾ ਦਾਜ ਦਾ ਨਹੀਂ ਗੱਲ ਹੈਗੀ ਜ਼ਿਆਦਾ, ਅਜੇ ਬਾਹਰਲੇ ਸੂਬਿਆਂ 'ਚ ਹੈ। ਮੈਂ ਇੱਕ ਬਿਹਾਰ ਦਾ ਵਿਆਹ ਅਟੈਂਡ ਕੀਤਾ ਔਰ ਉਹਦੇ ਵਿੱਚ ਵੇਖਿਆ ਗਿਆ ਜਦੋਂ ਕੁੜੀ ਨੇ ਵਰਮਾਲਾ ਪਾਉਣੀ ਸੀ, ਉਹ ਉਦੋਂ ਵਰਮਾਲਾ ਪਾਉਂਦੀ ਆ ਕੁੜੀ ਜਦੋਂ ਮੁੰਡਾ ਉਦੋਂ ਸਿਰ ਅੱਗੇ ਨੂੰ ਕਰਦਾ ਜਦੋਂ ਗੱਡੀ ਦੇਣ ਨਜ਼ਰ ਆਉਂਦੀ ਹੈ, ਕ੍ਰਾਸ ਕਰ ਰਹੀ ਹੈ ਗੱਡੀ। ਫਿਰ ਉਹਦੇ ਵਿੱਚ ਇਹ ਜਿਹੜਾ ਮੁੰਡਾ ਨੌਕਰੀ ਤੇ ਲੱਗਿਆ, ਆਪਾਂ ਵੈਸੇ ਹੁਣ ਦੂਜੇ ਪਾਸੇ ਆਏ ਆ, ਇੱਕਦਮ ਮੈਂ ਉਦਾਹਰਣ ਇਹ ਦੇ ਰਿਹਾ ਕਿ ਜਿਹੜੀ ਬਿਲਕੁਲ ਮੈਂ ਅੱਖਾਂ ਵੇਖੀ ਹੈ। ਉਹਦੇ ਵਿੱਚ ਹੈਗਾ ਕਿ ਉਹ ਮੁੰਡਾ ਜਿਹੜਾ ਉਹਨਾਂ ਦੇ ਨੌਕਰੀ 'ਚ ਹੈਗਾ, ਜਿਹੜਾ ਜੌਬ 'ਚ ਹੈਗਾ, ਉਹਦਾ ਰੇਟ ਜ਼ਿਆਦਾ, ਉਹਦਾ ਪੈਸਾ ਕੁੜੀ ਵਾਲਿਆਂ ਨੂੰ ਟਿੱਕਾ ਰਸਮ ਹੈਗੀ, ਉਹ 'ਚ ਪੈਸਾ ਦਿੱਤਾ ਜਾਊਗਾ ਔਰ ਉਹਦੇ 'ਚ ਸਾਰਾ ਪੈਸਾ ਉਹ ਕੁੜੀ ਵਾਲਿਆਂ ਨੂੰ ਦੇਣਾ ਪਊਗਾ। ਕੁੜੀ ਵਾਲੇ ਵਿਚਾਰੇ ਰੋਟੀ ਵੀ ਖਵਾ ਰਹੇ ਆ, ਜੰਜ ਨੂੰ ਸੰਭਾਲ ਵੀ ਰਹੇ। ਅੱਛਾ, ਤੁਸੀਂ ਇਹ ਕਹਿ ਰਹੇ ਹੋ ਬਿਹਾਰ ਦੇ ਵਿੱਚ, ਮੈਂ ਆਪਣੇ ਅੱਖੀ ਮਾਲਵੇ 'ਚ ਦੇਖਿਆ ਇਹ ਚੀਜ਼। ਮਾਲਵੇ ਵਾਲੇ ਰਿਵਾਜ ਆ ਕਿ ਮੁੰਡੇ ਦੇ ਜੇ 20 ਖੇਤ ਆ, ਕੁੜੀ ਵਾਲਿਆਂ ਨੇ ਵਿਆਹ ਤੇ 20 ਲੱਖ ਲਾਉਣਾ, ਕੁਝ ਪਰਿਵਾਰਾਂ ਦੇ ਵਿੱਚ ਹੈਗੇ ਆ। ਜੇ ਮੁੰਡੇ ਦੇ 40 ਖੇਤ ਆ, ਕੁੜੀ ਵਾਲਿਆਂ ਨੇ 40 ਲੱਖ ਲਾਉਣਾ। ਫਿਰ ਲਾਵਾਂ ਦੇ ਵੇਲੇ ਵੀ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਪੈਸੇ ਲੈਂਦੇ ਆ। ਸੋ ਇਹ ਰਿਵਾਜ ਹਲੇ ਪੰਜਾਬ 'ਚ ਕਿਤੇ ਕਿਤੇ ਹੈਗੇ ਆ। ਹੈਗੇ ਗੱਡੀ ਦੇਣੀ, ਗੱਡੀ ਨੂੰ ਸ਼ਿੰਗਾਰ ਕੇ ਸਿੱਧਾ ਕਰਕੇ ਉੱਤੇ ਫੁਲਕਾਰੀਆਂ ਦਿੱਤੀਆਂ ਹੁੰਦੀਆਂ, ਫੁੱਲ ਲਾਏ ਹੁੰਦੇ ਆ। ਪਰ ਇਹਦੇ 'ਚ ਹੈਗਾ ਆਪਾਂ 'ਚ ਬਹੁਤਾ ਇਹ ਹੈ ਨਹੀਂ ਕਿ ਜ਼ਬਰਦਸਤੀ ਤੌਰ ਤੇ ਦੇਣਾ ਪੈਂਦਾ, ਉੱਧਰ ਹੈਗਾ। ਉਸ 'ਤੇ ਉਹ ਮੁੰਡਾ ਸੀ ਜਿਹਦੀ ਸਿਸਟਰ ਦੀ ਮੈਰਿਜ ਸੀਗਾ, ਜਦੋਂ ਟਿੱਕਾ ਦੀ ਰਸਮ ਹੋਈ ਤੇ 'ਚ ਪੈਸੇ ਥੁੜ ਗਏ ਸੀਗੇ। ਉਹ ਫਿਰ ਆਇਆ ਸਾਡੇ ਕੋਲ ਵੀ ਆਹ ਗੱਲ ਹੋ ਗਈ ਹੈ। ਮੈਂ ਕਿਹਾ ਬਰਾਤ ਨਹੀਂ ਆਈ, ਅਸੀਂ ਸਾਰੇ ਸੋਚ ਰਹੇ ਕੋਈ ਬਰਾਤ ਨਹੀਂ ਆਈ। ਤਾਂ ਕਹਿੰਦੇ ਵੀ ਆਹ ਪ੍ਰੋਬਲਮ ਆ। ਉਹਨੇ ਕਿਹਾ ਫਿਰ ਮੈਨੂੰ ਕਹਿੰਦਾ ਪੰਜਾਬ 'ਚ ਇਸ ਤਰ੍ਹਾਂ ਦੀ ਹੈ। ਮੈਂ ਕਿਹਾ ਸਾਡੇ ਇਹ ਨਹੀਂ ਮਜਬੂਰੀ ਵੀ ਜ਼ਬਰਦਸਤੀ ਦੇਣਾ ਪਊਗਾ, ਖੁਸ਼ੀ ਨਾਲ ਜੋ ਦੇ ਰਿਹਾ ਜੋ ਕਰ ਰਿਹਾ ਉਹ ਵੱਖਰੀ ਗੱਲ ਹੈਗੀ। ਇਹ ਨਹੀਂ ਕਿ ਵੀ ਅਸੀਂ ਚੈੱਕ ਦੇ ਦਾਂਗੇ ਬਣਾ ਕੇ ਤਾਂ ਕਰ ਦਾਂਗੇ। ਪਰ ਜਦੋਂ ਆਪਾਂ ਸਮਝਦੇ ਹਾਂ ਵੀ ਕੁੜੀ ਜਿੱਥੇ ਜੰਮੀ ਪਲੀ ਆ, ਵੱਡੀ ਹੋਈ ਆ, ਉਹਦਾ ਪਰਿਵਾਰ ਆ, ਮਾਂ ਪਿਓ ਹੈਗਾ, ਮਾਂ ਪਿਓ ਤਾਂ ਵੈਸੇ ਹੀ ਦੇ ਦਿੰਦੇ ਕੁੜੀ ਲਈ ਵੀ ਇੰਨਾ ਹਿੱਸਾ ਦਾ ਬਣਦਾ, ਇਹਨੂੰ ਦੇ ਦਿਓ। ਪਰ ਇਹ ਕੋਈ ਉਸ ਤਰ੍ਹਾਂ ਦੀ ਹੁੰਦਾ ਨਹੀਂ ਕਿ ਬਦੋ ਬਦੀ ਦੇਣਾ ਪਊਗਾ ਜਾਂ ਕੁੜੀ ਮੰਗਦੀ ਹੈਗੀ ਆ। ਪਰ ਇਹ ਜਿਹੜੇ ਬਾਹਰਲੇ ਸੂਬੇ ਆ ਕੁਛ ਹੈਗੇ, ਉਹਨਾਂ 'ਚ ਹੈਗਾ। ਪੰਜਾਬ 'ਚ ਇਹ ਨਹੀਂ ਹੈਗਾ। ਪੰਜਾਬ ਦੇ ਲੋਕ ਜਦੋਂ ਵਿਆਹ ਹੁੰਦਾ ਉਹ ਕਹਿੰਦੇ ਇੱਕ ਵਾਰੀ ਜੰਜ ਨੂੰ ਚੰਗੇ ਤਰੀਕੇ ਨਾਲ ਸੰਭਾਲ ਲਿਓ। ਜਦੋਂ ਤੋਂ ਲੋਕ ਆਏ ਆ, ਰਿਸੈਪਸ਼ਨ ਅਸੀਂ ਕਰ ਲਾਂਗੇ ਤੇ ਰੋਟੀ ਪਾਣੀ ਜਿਹੜਾ ਉੱਥੇ ਖਾ ਲਾਂਗੇ। ਅੱਜ ਕੱਲ ਤਾਂ ਕਾਫੀ ਬਦਲਾਅ ਆਉਣ ਲੱਗ ਗਿਆ ਕਾਫੀ ਚੀਜ਼ਾਂ ਦੇ ਵਿੱਚ। ਹੁਣ ਤੁਸੀਂ ਦੇਖ ਲਓ ਜਾਗੋ ਜਿਹੜੀ ਆ, ਕਦੇ ਗਲੀਆਂ ਦਾ ਸ਼ਿੰਗਾਰ ਹੁੰਦੀ ਸੀ ਹਨਾ, ਜਾਗੋ ਦੇ ਦੌਰਾਨ ਡੰਡੇ ਕਿਉਂ ਹੁੰਦੇ ਆ ਕੋਲ, ਜਿਹਨੂੰ ਆਪਾਂ ਅੱਜ ਕੱਲ ਬੰਬੀਹਾ ਦਿਖਾਉਣ ਲੱਗ ਪਏ ਕਿ ਜਾਗੋ 'ਚ ਹੋਣਾ ਜ਼ਰੂਰੀ ਆ। ਪੁਰਾਣੇ ਸਮਿਆਂ 'ਚ ਗਲੀਆਂ 'ਚ ਹਨੇਰਾ ਹੁੰਦਾ ਸੀ, ਲੰਘਣ ਦੇ ਲਈ ਕੋਲ ਡੰਡੇ ਚਾਹੀਦੇ ਹੀ ਸੀ ਰਾਤ ਨੂੰ ਹਨਾ। ਲਾਈਟਾਂ ਹੁੰਦੀਆਂ ਨਹੀਂ ਸੀ, ਲੌਕ ਕਰਨ ਦੇ ਲਈ ਉਹ ਦੀਵੇ ਬਾਲਦੇ ਹੁੰਦੇ ਸੀ ਆਟੇ ਦੇ। ਬੀਬੀਆਂ ਮਿੱਟੀ ਦੇ ਤੇ ਨਹੀਂ ਸੀ ਪੈਸਾ ਖਰਚ ਕਰਨਾ ਚਾਹੁੰਦੀਆਂ, ਘਰੇ ਹੀ ਉਹ ਆਟੇ ਦੇ ਦੀਵੇ ਬਣਾ ਲੈਂਦੀਆਂ ਹੁੰਦੀਆਂ ਸੀ। ਇਦਾਂ ਹੌਲੀ ਹੌਲੀ ਜਾਗੋ ਬਣ ਗਈ ਜਿਹੜੀ ਬਾਕੀਆਂ ਨੂੰ ਜਗਾਉਂਦੀ ਆ। ਹੁਣ ਤਾਂ ਉਹ ਹੈਗਾ ਨਾ ਹਰਭਜਨ ਮਾਨ ਹੋਣਾ ਦਾ ਗਾਣਾ, ਹੁਣ ਤਾਂ ਜਾਗੋ ਟੀਵੀ ਦੀ ਇੱਕ ਆਈਟਮ ਬਣ ਕੇ ਰਹਿ ਗਈ, ਜਾਗੋ ਬਦਲ ਗਈ, ਉਹ ਨਾ ਜਾਗੋ ਰਹਿ ਗਈ। ਹੁਣ ਤਾਂ ਜਾਗੋ ਵੀ ਪੈਲਸਾਂ 'ਚ ਹੋਣ ਲੱਗ ਗਈ। ਅਸਲ 'ਚ ਇਹ ਹੈਗਾ ਇਲੈਕਟ੍ਰੋਨਿਕਸ ਯੁੱਗ ਆ ਗਿਆ, ਇਹਦੇ 'ਚ ਚੀਜ਼ਾਂ ਬਦਲ ਗਈਆਂ। ਉਹ ਜਿਹੜੀਆਂ ਇਲੈਕਟ੍ਰਿਕ ਦੀਵੇ ਆ ਗਏ, ਜਿਹਦੇ 'ਚ ਵਲਟੋਈ ਹੁੰਦੀ, ਵੱਡੀ ਗਾਗਰ ਹੁੰਦੀ, ਉਹਦੇ ਆਲੇ ਦੁਆਲੇ ਬੰਨ੍ਹ ਕੇ ਦੀਵੇ ਤੇ ਦੇਸੀ ਤੇਲ ਜਿਹੜਾ ਉਹ ਪਾ ਕੇ ਸਰੋਂ ਦਾ ਉਹ ਜਗਾਏ ਜਾਂਦੇ। ਫਿਰ ਉਹ ਕੁੜੀਆਂ ਗਾਉਂਦੀਆਂ ਸੀ ਹੈ ਨਾ, ਅੱਛਾ ਵੀ ਹੁਣ ਜਾਗੋ ਆਈ ਆ, ਉਹ ਗਾਉਂਦੀਆਂ ਸੁਰ 'ਚ ਜਾਂਦੀਆਂ ਜਦੋਂ, ਔਰ ਡੰਡਾ ਕੋਲ ਹੁੰਦਾ ਤੇ ਛੱਜ ਕੁੱਟਦੀਆਂ ਸੀ। ਛੱਜ ਤੇ ਜਿਹੜਾ ਡੰਡਾ ਉਹਨੂੰ ਘੁੰਗਰੂ ਬੰਨੇ ਹੁੰਦੇ,
ਉਹ ਘੁੰਗਰੂ ਦੀ ਆਵਾਜ਼ ਸੀ ਉਹ ਸਾਜ਼ ਇੱਕ ਤਰੀਕੇ ਦਾ ਬਣਾ ਕੇ ਉਹਨੂੰ ਬੰਨਦੀਆਂ ਸੀ ਉਹ ਨਾ। ਸੱਜ ਕੁੱਟਦੀਆਂ ਸੀ ਉਹ ਚ ਨਿਹਰਾ ਸੱਜ ਨਹੀਂ ਕੁੱਟਿਆ ਜਾਂਦਾ, ਉਹ ਚ ਉਂਗਲੀ ਵੀ ਕੁੱਟਿਆ ਜਾਂਦਾ। ਜਿਹੜੇ ਮੰਜੀਆਂ ਦੇ ਪਏ ਨਾ ਰਾਤ ਨੂੰ, ਜਿਹੜੇ ਹੁੰਦੇ ਅਬਸਟੈਕਲ ਬਣਦੇ, ਰੋਕ ਬਣਦੇ ਸੀ, ਉਹਨਾਂ ਦੀ ਮੰਜੀਆਂ ਮੂਧੀਆਂ ਮਾਰ ਦਿੰਦੀਆਂ, ਸੁੱਟ ਦਿੰਦੀਆਂ ਸੀਗੀਆਂ। ਔਰ ਉਹ ਚ ਬਜ਼ੁਰਗ ਜਿਹੜੇ ਉਹਨਾਂ ਨੂੰ ਸਤਿਕਾਰ ਕਰਦੀਆਂ, ਬਜ਼ੁਰਗਾਂ ਦਾ ਨਹੀਂ ਕੋਈ ਇਸ ਤਰ੍ਹਾਂ ਦਾ ਗੱਲ ਬਣਦੀ। ਪਰ ਜਿਹੜੇ ਜਵਾਨ ਮੁੰਡੇ, ਸ਼ਰਾਰਤੀ ਮੁੰਡੇ ਜਿਹੜੇ ਗੱਲਾਂ ਕਰਦੇ ਸੀ, ਪਰ ਉਦੋਂ ਜੇ ਲਾਈਟਾਂ ਨਹੀਂ ਸੀ ਹੈਗੀਆਂ, ਲਾਈਟ ਨਹੀਂ ਸੀ ਜਗਦੀ, ਤਾਂ ਉਹਦੇ ਵਿੱਚ ਉਦੋਂ ਮਸ਼ਾਲਾਂ ਹੁੰਦੀਆਂ ਸੀਗੀਆਂ, ਦੀਵੇ ਬਲ ਦਿੰਦੇ ਸੀ, ਤੇ ਹਰ ਗਲੀ 'ਚ ਜਾਂਦੀਆਂ ਕੁੜੀਆਂ ਔਰ ਗੀਤਾਂ ਨਾਲ। ਜਾਗੋ ਆਈ ਆ, ਅੱਛਾ ਵੀ ਹੁਣ ਜਾਗੋ ਆਈ ਹੁਣ ਤਾਂ ਡੀਜੇ ਲਾ ਕੇ ਕਹਿੰਦਾ ਮੋੜ ਤੋਂ ਹੀ ਮੁੜਿਆ ਉਹ, ਹਨਾ, ਕਿ ਲੋਕੀ ਕਹਿਣਗੇ ਸਾਡੀ ਨੀਂਦ ਡਿਸਟਰਬ ਕਰਤੀ। ਉਦੋਂ ਲੰਬੀ ਹੇਕ ਦੇ ਗੀਤ ਸੀਗੇ, ਬੋਲੀਆਂ ਸੀਗੀਆਂ ਰਿਲੇਟਡ ਵਿਦ ਜਾਗੋ ਨਾਲ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਸੀਗੀਆਂ। ਤੇ ਕੁੜੀਆਂ ਹਰ ਲੰਬੀਆਂ ਉੱਚੀਆਂ, ਔਰ ਉਹ 'ਚ ਬਜ਼ੁਰਗ ਵੀ ਹੁੰਦੀਆਂ ਸੀਗੀਆਂ। ਜਿਹੜੀਆਂ ਛੱਜ ਫੜਦੀ ਸੀ ਉਹ ਕੁੜੀ ਜਵਾਨ ਸੀ, ਜਿਹਨੂੰ ਜਾਗੋ ਚੁਕਾਈ ਜਾਂਦੀ ਉਹ ਬਹੁਤ ਉੱਚੀ ਲੰਬੀ ਕੁੜੀ ਹੁੰਦੀ, ਔਰ ਸਭ ਤੋਂ ਅੱਗੇ ਉਹ ਹੁੰਦੀ ਸੀ। ਉਹਨੇ ਅੱਗੇ ਤਾਂ ਕਰਨਾ, ਬਾਕੀ ਫਾਲੋ ਕਰਦੀਆਂ ਹੈਗੀਆਂ, ਔਰ ਗਲੀਓ ਗਵਾਂਢ ਸਾਰੇ ਪਿੰਡ 'ਚ ਘੁੰਮਦੀਆਂ ਹੈਗੀਆਂ। ਪੰਚਾਇਤ ਜਿਹੜੀ ਅੱਗੇ ਨਾਲ ਹੁੰਦੀ ਸੀ, ਪੰਚਾਇਤ ਦੀ ਦੇਖ ਰੇਖ 'ਚ ਹੁੰਦਾ ਸੀ ਵੀ ਕੋਈ ਇਸ ਤਰ੍ਹਾਂ ਦੀ ਹੋਵੇ। ਪਰ ਉਹ ਜ਼ਮਾਨਾ ਸੀਗਾ ਜਦੋਂ ਕੋਈ ਇਸ ਤਰ੍ਹਾਂ ਦਾ ਰੌਲਾ ਨਹੀਂ ਸੀ ਹੁੰਦਾ, ਔਰ ਜਾਗੋ ਇੱਕ ਬਹੁਤ ਵੱਡਾ ਕਲਰਫੁੱਲ ਫੈਸਟੀਵਲ ਦੇ ਤੌਰ 'ਤੇ ਹੁੰਦਾ ਸੀ, ਔਰ ਜਿਸ 'ਚ ਕੁੜੀਆਂ ਸਾਰਾ ਪਿੰਡ ਹੀ ਗਾਉਂਦਾ ਹੁੰਦਾ ਸੀ ਉਹਦੇ ਨਾਲ। ਔਰ ਉਹ ਪਿੰਡ ਦੇ ਵਿੱਚ ਹਰ ਗਲੀ 'ਚ ਜਾਣਾ ਉਹਨਾਂ ਨੇ, ਔਰ ਕੁੱਤੇ ਬੜਾ ਰੌਲਾ ਪਾਉਂਦੇ ਹੁੰਦੇ ਵਿੱਚ, ਔਰ ਉਦੋਂ ਬਾਅਦ ਉਹਨਾਂ ਨੂੰ ਬਿਠਾ ਲੈਂਦੇ, ਬੰਨ੍ਹ ਲੈਂਦੇ। ਪਤਾ ਉਹਨਾਂ ਨੂੰ ਪਤਾ ਹੁੰਦਾ ਸੀ, ਕੁੱਤੇ ਤਾਂ ਜਿਹੜੇ ਹੁੰਦੇ ਸੀ, ਜਿਹੜੇ ਉਹਨਾਂ ਨੂੰ ਪਤਾ ਵੀ ਸਾਡੇ ਪਿੰਡ 'ਚ ਇਸ ਵੇਲੇ ਵਿਆਹ ਹੋ ਰਿਹਾ, ਕੋਈ ਰੌਲਾ ਨਹੀਂ ਗਾ। ਔਰ ਉਹਦੇ ਵਿੱਚ ਜਿੰਨੇ ਵੀ ਲੋਕ ਪਿੰਡ ਦੇ ਇਨਵੋਲਵ ਹੁੰਦੇ ਸੀ, ਬੱਚੇ ਬੁੜੇ ਸਾਰੀ ਤੇ ਜਾਗੋ ਵੇਖ ਲਓ 12-1 ਤੋਂ ਬਾਅਦ ਨਿਕਲਦੀ, ਜਦੋਂ ਲੋਕ ਸੁੱਤੇ ਹੁੰਦੇ ਸੀ ਉਦੋਂ ਕਰਦੇ, ਜਗਾਉਣ ਲਈ। ਇਹਦਾ ਇੱਕ ਪੈਗਾਮ ਸੀ ਕਿ ਹੁਣ ਜਾਗਦੇ ਰਹੋ, ਅਸੀਂ ਆ ਗਏ ਹਾਂ। ਔਰ ਇਹਦੇ ਵਿੱਚ ਨਾਨਕੇ ਵੀ ਆ, ਉੱਚ ਦਾਦਕੇ ਵੀ ਆ, ਉੱਚ ਨਵੀਆਂ ਕੁੜੀਆਂ ਵੀ ਆ ਵਿਆਹੀਆਂ, ਉਹ ਵੀ ਆਉਂਦੀਆਂ, ਔਰ ਗਹਿਣੇ ਨਾਲ ਸੱਜ ਕੇ ਬੜੀਆਂ ਸ਼ਿੰਗਾਰ ਕੇ ਆਪਣੇ ਆਪ ਨੂੰ ਫੇਰ ਆਉਂਦੀਆਂ ਸੀ। ਇਹ ਜਾਗੋ ਦਾ ਬੜਾ ਵੱਡਾ ਮੂਲ ਹੈ, ਔਰ ਬੜਾ ਵੱਡਾ ਸਰੋਤ ਹੈ, ਜਿਹੜਾ ਪੰਜਾਬ ਦਾ ਜੀ ਪ੍ਰਚਲਿਤ ਹੈ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕਹੀ, ਮੈਂ ਵੀ ਉਹਦੇ ਨਾਲ ਸਹਿਮਤ ਹਾਂ ਵੀ ਹੁਣ ਜਾਗੋ ਦਾ ਜਿਹੜਾ ਬਣਤਰ ਵਿਗੜ ਗਈ ਹੈ, ਔਰ ਲੰਬੀ ਹੇਕ ਦੇ ਗੀਤ ਨਹੀਂ ਹੈਗੇ, ਉਹ 'ਚ ਬੋਲੀਆਂ ਨਹੀਂ ਹੈਗੀਆਂ, ਜਾਗੋ ਨਾਲ ਸੰਬੰਧਿਤ ਉਹ ਗੀਤ ਨਹੀਂ ਹੈਗੇ। ਔਰ ਜਿਹੜੇ ਮੰਜੀ ਮੂਦੀ ਕਰਦੇ ਹੁਣ ਤਾਂ ਲੋਕ ਅੱਗੇ ਲੜ ਪੈਂਦੇ, ਉਹ ਕਰਦੇ ਨਹੀਂ ਹੈਗੇ। ਹੁਣ ਵਿਚਾਰੀਆਂ ਗਾਉਂਦੀਆਂ ਨਿਕਲ ਜਾਂਦੀਆਂ, ਗਾਉਂਦੀਆਂ। ਬਿਲਕੁਲ। ਹੁਣ ਇਹ ਵੀ ਗੱਲ ਆ ਨਾ, ਜਿੱਦਾਂ ਚਾਹੇ ਮੈਂ ਵੀ ਆ, ਚਾਹੇ ਕੋਈ ਵੀ ਆ, ਇੰਨੇ ਗੀਤ ਨਹੀਂ ਚੇਤਾ ਹੈਗੇ ਜ਼ੁਬਾਨੀ। ਅੱਗੇ ਇਹ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਕੋਈ ਰਿਕਾਰਡਰ ਨਹੀਂ ਹੁੰਦੇ ਸੀਗੇ, ਤੇ ਬੀਬੀਆਂ ਸਾਰੇ ਗੀਤ ਆਪ ਜ਼ੁਬਾਨੀ ਚੇਤੇ ਰੱਖਦੀਆਂ ਸੀ। ਜਦੋਂ ਗਾਉਣਾ ਪੈ ਗਿਆ, ਲਿਖਣਾ ਨਹੀਂ ਸੀ ਆਉਂਦਾ, ਲਿਖ ਕੇ ਨਹੀਂ ਸੀ ਰੱਖ ਸਕਦੀਆਂ, ਸਾਰਾ ਕੁਝ ਚੇਤੇ ਹੀ ਰੱਖਣਾ ਪੈਂਦਾ ਸੀਗਾ। ਸੋ ਚੇਤੇ ਰੱਖਣ ਦੇ ਕਾਰਨ ਉਹਨਾਂ ਨੂੰ ਇੰਨੇ ਜ਼ਿਆਦਾ ਗੀਤ ਚੇਤਾ ਹੁੰਦੇ ਸੀ, ਇੰਨੀਆਂ ਬੋਲੀਆਂ ਚੇਤੇ ਹੁੰਦੀਆਂ ਸੀਗੀਆਂ। ਸੋ ਹੁਣ ਆਪਣੇ ਕੋਲ ਸਾਰਾ ਕੁਝ ਹੈਗਾ ਹੀ ਆ, ਪਤਾ ਹੀ ਆ, ਕਾਪੀ ਕੱਢਾਂਗੇ, ਦੇਖ ਕੇ ਪੜ੍ਹ ਲਾਂਗੇ, ਜਾਂ ਫਿਰ ਕੋਈ ਕੈਸਟ CD ਜੋ ਵੀ ਹੋਇਆ ਮੋਬਾਈਲ ਦੇ ਉੱਤੇ ਲੱਗ ਜਾਣਾ, YouTube ਦੇ ਉੱਤੇ ਗਾਣੇ, ਬੋਲੀਆਂ, ਸਾਰਾ ਕੁਝ ਮਿਲ ਜਾਣਾ ਆਨਲਾਈਨ। ਸੋ ਇਹ ਸਾਡੀ ਸਹੂਲਤ ਨੇ ਵੀ ਸਾਡਾ ਥੋੜੀ ਜਿਹੀ ਦਿਲਚਸਪੀ ਘਟਾ ਦਿੱਤੀ ਹੈ ਇੱਧਰ, ਜਿਹੜਾ ਮੈਨੂੰ ਲੱਗਦਾ ਹੁੰਦਾ ਕਦੇ-ਕਦੇ। ਅਸਲ 'ਚ ਜਦੋਂ ਗੀਤ ਸੰਗੀਤ ਹੁੰਦਾ ਸੀ ਨਾ ਸਾਰਾ ਹੀ, ਉਹਦੇ 'ਚ ਜਿਹੜੀ ਬਜ਼ੁਰਗ ਔਰਤਾਂ ਨਾ, ਜਿਹਨਾਂ ਕੋਲ ਪ੍ਰਜ਼ਰਵ ਹੁੰਦੇ ਗੀਤ ਸਾਰੇ, ਉਹਨਾਂ ਨੇ ਉਹ ਗਾਉਣੇ ਹੁੰਦੇ। ਉਹ ਇਸ ਕਰਕੇ ਹੁੰਦੇ ਕਿ ਇਹਦਾ ਰਚਨਹਾਰ ਦਾ ਨਹੀਂ ਪਤਾ ਹੁੰਦਾ ਕੋਈ ਵੀ। ਲੋਕ ਗੀਤ ਜਿਹੜੇ ਬੋਲੀਆਂ, ਮਾਹੀਆ, ਟੱਪਾ, ਇਹ ਟੱਪੇ ਇਹਨਾਂ ਦਾ ਕੋਈ ਪਤਾ ਨਹੀਂ ਕਿਹਨੇ ਲਿਖਿਆ। ਇਹ ਜ਼ੁਬਾਨ ਨਾਲ ਗਾਏ ਜਾਂਦੇ ਸੀ, ਜ਼ੁਬਾਨ ਤੇ ਹੁੰਦੇ ਸੀਗੇ। ਤੇ ਪੁਰਾਣੀਆਂ ਔਰਤਾਂ ਨੂੰ ਬਹੁਤ ਪਤਾ ਹੁੰਦਾ, ਲੰਬੀ ਹੇਕ ਨਾਲ ਲਾ ਕੇ ਔਰ ਰਿਦਮ 'ਚ ਗਾਉਂਦੀਆਂ ਸੀਗੀਆਂ। ਉਹਦੇ ਨਾਲ ਕੋਈ ਵੀ ਜਸ਼ਨ ਹੋਵੇ, ਕੋਈ ਵੀ ਫੈਸਟੀਵਲ ਆ, ਉਹਦੇ ਨਾਲ ਸੰਬੰਧਿਤ ਜਿਹੜੇ ਆ ਬਜ਼ੁਰਗਾਂ ਔਰਤਾਂ ਕੋਲ ਸਾਰੇ ਗਾਣੇ ਹੁੰਦੇ ਸੀ। ਅਜੇ ਵੀ ਉਹਨਾਂ ਕੋਲ ਹੈਗੇ ਆ। ਅਜੇ ਵੀ ਜਿਹੜੀਆਂ ਨਵੀਆਂ ਕੁੜੀਆਂ ਸ਼ਾਇਦ ਨਾ ਗਾ ਸਕਣ, ਜੋ ਪੁਰਾਣੀਆਂ ਔਰਤਾਂ ਗਾ ਸਕਦੀਆਂ, ਜਿਹਦੇ ਨਾਲ ਜਾਗੋ ਨਾਲ ਸੰਬੰਧਿਤ ਗੀਤ ਨੇ, ਉਹਨਾਂ ਕੋਲ ਅਜੇ ਵੀ ਉਸੇ ਤਰ੍ਹਾਂ ਹੈਗੇ ਆ। ਉਹ ਸ਼ੁਰੂ ਹੀ ਉੱਥੋਂ ਕਰਦੀਆਂ, ਉਹਨਾਂ ਨੂੰ ਚੰਗੀ ਤਰ੍ਹਾਂ ਚੇਤਾ ਆ ਸਾਰਾ ਕੁਝ, ਹਨਾ। ਹਾਂ, ਉਸੇ ਤਰ੍ਹਾਂ ਹੀ। ਔਰ ਉਹਨਾਂ ਨੂੰ ਭੁੱਲਦਾ ਵੀ ਨਹੀਂ। ਦੇਖ ਲਓ, ਸਾਨੂੰ ਤਾਂ ਫਟਾਫਟ ਸਾਰਾ ਕੁਝ ਭੁੱਲਣ ਲੱਗ ਜਾਂਦਾ, ਉਹ ਤਾਂ ਫਟਾਫਟ ਸਾਰਾ ਕੁਝ, ਜਿੱਦਾਂ ਦੀ ਵੀ ਗੱਲ ਕਰੋ ਤੁਸੀਂ, ਦੇਖ ਲਓ ਪੁਰਾਣੀਆਂ ਬੀਬੀਆਂ ਨੂੰ ਮਾਈਆਂ ਦੇ ਨਾਲ ਰਿਲੇਟਡ ਸਾਰੇ ਗਾਣੇ ਆਉਂਦੇ ਆ, ਮਹਿੰਦੀ ਦੇ ਨਾਲ ਵੱਖਰੇ ਗਾਣੇ ਆਉਂਦੇ ਆ, ਉਹਨੂੰ ਜਾਗੋ ਦੇ ਉਹਨਾਂ ਨੂੰ ਵੱਖਰੇ ਆਉਂਦੇ ਆ, ਹਨਾ। ਚੁੰਨੀ ਚੜਾਉਣ ਵਾਲੇ ਹਰੇਕ ਰਸਮ ਦੇ ਨਾਲ, ਚਾਹੇ ਸੁਰਮਾ ਪਾਉਣ ਦੇ ਲਈ ਵੱਖਰੇ ਗਾਣੇ ਆਉਂਦੇ ਉਹਨਾਂ ਨੂੰ, ਬੀਬੀਆਂ ਨੂੰ ਤਾਂ ਸਾਰੇ ਤਰੀਕੇ ਦੇ ਗਾਣੇ ਆਉਂਦੇ। ਹੁਣ ਨਾਨਕੀ ਸ਼ੱਕ ਦੇਖ ਲਓ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਕਿੰਨੀ ਦੇਰ ਬਾਅਦ ਨਾਨਕੀ ਸ਼ੱਕ ਇੱਕ ਦੂਜੇ ਨੂੰ ਲਾਮੋ ਲਾਮੀ ਹੁੰਦਾ ਰਹਿੰਦਾ, ਹਨਾ। ਤੇ ਫਿਰ ਉਦੋਂ ਵੀ ਬੀਬੀਆਂ ਸਾਰਾ ਕੁਝ ਐਨ ਰੱਜ ਕੇ ਨਾਨਕਾ ਦਾਦਕਾ ਕਰਦੀਆਂ। ਫਿਰ ਉਹ ਜ਼ਮਾਨਾ ਜਿਹੜਾ ਸੀਗਾ ਨਾ, ਉਦੋਂ ਇਹ ਇਸ ਤਰ੍ਹਾਂ ਦੇ ਜਿਹੜੇ ਆ ਬੋਲੀਆਂ ਰਚੀਆਂ ਜਾਂਦੀਆਂ ਹੁੰਦੀਆਂ, ਤੇ ਲੋਕ ਰਚਦੇ ਸੀ। ਜਿੱਦਾਂ ਦੁਆਬੇ 'ਚ ਆਪਣੀਆਂ ਹੁੰਦੀਆਂ, ਮਾਲਵੇ 'ਚ ਆਪਣੀਆਂ, ਤੇ ਮਾਝੇ 'ਚ ਵੱਖਰੀਆਂ, ਉਹ ਸਾਰੀਆਂ ਹੁੰਦੀਆਂ ਸੀਗੀਆਂ। ਔਰ ਜਿਹਦੇ ਵਿੱਚੋਂ ਨਾ, ਜਿੱਦਾਂ ਪਿੰਡਾਂ 'ਚ ਪਿੰਡ ਸੁਣੀਦਾ ਮੋਗਾ, ਹਨਾ। ਇਹ ਪਿੰਡਾਂ 'ਚ ਪਿੰਡ ਸੁਣੀਦਾ। ਫਿਰ ਉਹਦੇ ਨਾਲ ਹੁੰਦਾ ਹੈਗਾ ਜਿਹੜੀ ਦੂਸਰੀ ਨਾਲ ਬੋਲੀਆਂ ਹੁੰਦੀਆਂ ਹੈਗੀਆਂ, ਉਹ ਬੋਲੀਆਂ ਹੁੰਦੀਆਂ ਬਾਰੀ ਬਰਸੀ ਖੱਟਣ ਗਿਆ ਸੀ, ਇੱਕ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਗੋਟਾ, ਹਨਾ। ਉਹ ਨਾਲ ਇਹ ਹੁੰਦੀਆਂ ਸੀਗੀਆਂ। ਜਿੱਦਾਂ ਹੁਣ ਮੋਗਾ ਇਸ ਵੇਲੇ ਜ਼ਿਲ੍ਹਾ ਬਣਿਆ, ਪਰ ਕਿਸੇ ਵੇਲੇ ਪਿੰਡ ਸੀਗਾ, ਤੇ ਉਹਦੇ ਵਿੱਚ ਉਹ ਬੋਲੀਗਾ, ਪਿੰਡਾਂ 'ਚ ਪਿੰਡ ਸੁਣੀਦਾ ਮੋਗਾ, ਉਰਲੇ ਪਾਸੇ ਢਾਬ ਸੁਣੀਦਾ, ਪਰਲੇ ਪਾਸੇ ਮੋਗਾ, ਆਉਂਦੀ ਉੱਥੋਂ ਦਾ ਇੱਕ ਸਾਧ ਸੁਣੀਦਾ, ਜਿਸ ਦੀ ਬੜੀ ਹੈ ਸ਼ੋਭਾ,
ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ, ਨਾਲੇ ਮਗਰੋਂ ਮਾਰਦਾ ਗੋਡਾ, ਲੱਕ ਮੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ। ਕਿੰਨਾ ਇਹਦਾ ਰਿਦਮ ਚ ਕਿੰਨੀ ਅੱਛੀ ਹੈ, ਕਿਉਂਕਿ ਪਿੰਡ ਸੀ ਨਾ, ਪਿੰਡ 'ਚ ਲੋਕ ਆਉਂਦੇ ਸੀ ਜਾਂਦੇ ਸੀ ਸਾਰੇ, ਉਹ ਬੋਲੀਆਂ ਕੱਢਦੇ ਸੀ ਸਾਰੇ। ਉਹ 12ਵੀਂ ਬਰਸੀ ਖੱਟਣ ਗਿਆ ਵੀ ਸੀ ਹੁੰਦਾ, ਕਿਉਂਕਿ ਉਦੋਂ ਲੋਕ ਬਾਹਰ ਜਾਂਦੇ ਸੀ, ਬਾਹਰ ਪੈਸਾ ਕਮਾਉਂਦੇ ਸੀਗਾ, ਬਰਮਾ ਚ, ਚੀਨ ਚ, ਥਾਈਲੈਂਡ ਚ, ਇਹਨਾਂ ਕੰਟਰੀਆਂ। ਅੱਛਾ, ਇਹ 12 ਉੱਥੋਂ ਬਣਿਆ, ਮੈਨੂੰ ਲੱਗਾ 12 ਸਾਲ ਤੋਂ ਬਣਿਆ। ਹਾਂ ਨਹੀਂ, 12ਵੀਂ ਬਰਸੀ ਖੱਟਣ ਗਿਆ ਸੀ। ਕਹਿੰਦੇ ਸੀ ਨੇ ਵੀ 12 ਵਰਿਆਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ, ਬੰਦੇ ਆ ਫਿਰ ਹੈ ਨਾ, ਤੇ ਸਾਡੇ ਲਈ ਤਾਂ ਹੈਗਾ ਇੰਨਾ ਖੱਟ ਕੇ ਲਿਆਂਦਾ। ਉਹ ਪੈਸਾ ਉਦੋਂ ਇਹ ਲਿਆਂਦਾ, ਬੈਂਕਾਂ ਤਾਂ ਹੈ ਨਹੀਂ ਸੀਗੇ, ਪੈਸੇ ਉਹਨਾਂ ਦੇ ਹੱਥਾਂ 'ਚ ਹੁੰਦੇ ਸੀ। ਉਹਨੇ ਆਉਣਾ, ਫਿਰ ਉਹਨੇ ਆ ਕੇ ਵਿਆਹ ਕਰਨੇ, ਭੈਣਾਂ ਦੇ ਵਿਆਹ ਕਰਨੇ ਹੈ ਨਾ, ਮੁੰਡੇ ਦਾ ਜੰਮਣਾ ਜਿਹੜਾ ਉਹ ਕਰਨਾ, 13ਵਾਂ ਕਰਨਾ ਹੈ ਨਾ, ਉਹ ਜਾ ਕੇ ਸ਼ਗਨ ਹੁੰਦੇ ਸੀ ਸਾਰੇ, ਇਹ ਪੈਸੇ ਨਾਲ ਹੁੰਦੇ ਸੀ ਸਾਰੇ। ਮਤਲਬ 12 ਸਾਲਾਂ ਬਾਅਦ ਤੋਂ ਬਾਅਦ ਤੇ ਬਾਹਰੋਂ, ਮਤਲਬ ਬਾਹਰ ਤੋਂ ਬਾਰੀ ਬਣ ਗਿਆ, ਬਾਰੀ ਬਰਸੀ ਖੱਟਣ ਗਿਆ ਸੀ। ਫਿਰ ਹੌਲੀ ਹੌਲੀ ਆਪਾਂ ਇਦਾਂ ਜੋੜ ਦਿੱਤਾ, ਖੱਟ ਕੇ ਲਿਆਂਦੀ ਚਾਬੀ, ਗਿੱਧਾ ਤਾਂ ਸੱਜਦਾ ਜੇ ਨੱਚੇ ਕੁੜੀ ਦੀ ਭਾਬੀ, ਮਾਮੀ, ਤਾਈ, ਨਾਨੀ। ਇਹ ਮਾਡਰਨ ਹੋ ਗਿਆ ਨਾਲ, ਉਹਦੇ ਨਾਲ ਉਹ ਤੁਕਬੰਦੀ ਨਾਲ ਇਹ ਜੋੜ ਲੈ ਨਾ ਮੁੜ ਕੇ। ਪਰ ਜਿਹੜੀ ਤੁਸੀਂ ਲੰਬੀ ਹੇਕ ਦੇ ਸੁਣੋਗੇ ਨਾ, ਉਹ ਲੰਬੇ ਆ, ਉਹ 10-10 ਲਾਈਨਾਂ ਦੇ ਵੀ, 8 ਦੇ ਵੀ ਆ, 6 ਦੇ ਵੀ ਆ, 4 ਦੇ ਵੀ ਆ। ਬਿਲਕੁਲ, ਜਿਹਦੇ ਚ ਉਹ ਪਿੰਡ ਨਾਲ ਜਿਹੜੀ ਗੱਲ ਹੈਗੀ, ਜਾਂ ਖੱਟਣ ਗਿਆ ਸੀਗਾ, ਉਹਨਾਂ ਬਰਮਾ ਚ ਖੱਟਣ ਗਿਆ, ਉੱਥੋਂ ਦਾ ਨਾਂ ਲੈਣਗੇ, ਉੱਥੋਂ ਕੀ ਕੁਛ ਲਿਆਇਆ ਹੈ ਨਾ, ਕਿਸ ਤਰ੍ਹਾਂ ਦੀ ਪਗੜੀ ਬੰਨੀ ਹੈ, ਸ਼ੀਟ ਦੀ ਪਗੜੀ ਹੈ ਕਿ ਹੈ ਨਾ, ਉਹ ਕਰਕੇ ਉਹਦਾ ਰੂਪ ਰੇਖਾ ਸਾਰੀ ਉਹਦੇ ਚ ਬੋਲੀ ਚ ਲੈ ਆਉਂਦੇ। ਬਿਲਕੁਲ, ਹੱਲੇ ਵੀ ਨਾ ਬਹੁਤ ਸਾਰੀਆਂ ਵਿਆਹ ਦੀਆਂ ਰਸਮਾਂ ਹੈਗੀਆਂ ਜਿਹਦੇ ਉੱਤੇ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ, ਪਰ ਮੈਨੂੰ ਲੱਗਦਾ ਅੱਜ ਦੇ ਲਈ ਪ੍ਰੋਗਰਾਮ ਦਾ ਆਪਣਾ ਟਾਈਮ ਹੋ ਗਿਆ। ਹੁਣ ਆਪਾਂ ਨੂੰ ਦਰਸ਼ਕਾਂ ਤੋਂ ਵਿਦਾ ਲੈ ਲੈਣੀ ਚਾਹੀਦੀ ਹੈ, ਕਿਉਂਕਿ ਜਿਹੜਾ ਮਾਮਲਾ ਆਪਾਂ ਸ਼ੁਰੂ ਕੀਤਾ, ਜਿਹੜਾ ਫੈਸਟੀਵਲ ਸ਼ੁਰੂ ਕੀਤਾ, ਇਹ ਬੜਾ ਰੌਚਕ ਵੀ ਹੈ, ਲੰਬਾ ਵੀ ਹੈ। ਜਿੱਦਾਂ ਅਸੀਂ ਅਜੇ ਸ਼ੁਰੂਆਤ ਹੀ ਹੈ, ਇਹਦੀ ਓਪਨਿੰਗ ਹੀ ਹੈ, ਇਹਦੇ ਵਿੱਚ ਅਜੇ ਬਹੁਤ ਕੁਝ ਹੋਊਗਾ। ਅਜੇ ਅਸੀਂ ਸਾਹ ਬੰਨਣ ਤੋਂ ਲੈ ਕੇ ਅੱਗੇ ਤੱਕ ਜਾਣਾ, ਜਿਹੜੀਆਂ ਗੰਢਾਂ ਦੇਣੀਆਂ, ਉਹਦੇ ਜੋ ਹੈਗਾ ਅੱਗੇ ਲੋਕਾਂ ਤੱਕ ਜਾਣ ਦੀ। ਹੁਣ ਤਾਂ ਫੋਨ ਤੇ ਹੋ ਰਿਹਾ ਨਾ ਸਾਰਾ ਕੁਝ, ਉਦੋਂ ਮੈਨ ਟੂ ਮੈਨ ਹੁੰਦਾ ਸੀ, ਹੁਣ ਮਠਿਆਈ ਨਾ ਹੋ ਰਿਹਾ ਤਾਂ ਗੁੜ ਨਾ ਹੁੰਦਾ, ਸਾਰਾ ਹੀ ਗੁੜ ਨਾ, ਪਤਾਸਿਆਂ ਨਾ, ਗੋਗਲਿਆਂ ਨਾ, ਉਹਦੇ ਨਾਲ ਹੁੰਦਾ ਸੀ। ਕਿੰਨੀ ਸਿੰਪਲ ਔਰ ਕਿੰਨੀ ਨਿਮਰਤਾ ਲੋਕਾਂ 'ਚ ਹੁੰਦਾ। ਬਿਲਕੁਲ, ਔਰ ਲੋਕ ਆਉਂਦੇ ਵੀ ਹਮਾ ਕੇ ਸੀ। ਕੁੜੀ ਦਾ ਵਿਆਹ ਹੁੰਦਾ ਨਾ, ਸਾਰੇ ਪਿੰਡ ਹੀ ਟੁੱਕਦਾ ਸੀ, ਸਾਰਾ ਪਿੰਡ ਦੁੱਧ ਵੀ ਲਿਆਉਂਦਾ ਸੀ, ਉੱਥੇ ਦਹੀਂ ਵੀ ਲਿਆਉਂਦਾ ਸੀ, ਚੌਲ ਵੀ ਲਿਆਉਂਦਾ ਸੀਗੇ, ਹੈ ਨਾ, ਉਹ ਸਾਰੀਆਂ ਚੀਜ਼ਾਂ ਆਪ ਇਕੱਠੀਆਂ ਕਰ ਦਿੰਦੇ, ਹਲਵਾਈ ਲੱਗੇ ਹੁੰਦੇ ਸੀ, ਬਿਲਕੁਲ, ਕਈ ਚੌਧਰੀ ਹੁੰਦੇ ਸੀ, ਉਹਨਾਂ ਕੋਲ ਡੰਡਾ ਹੁੰਦਾ ਸੀ, ਉਹ ਕੁੱਤਿਆਂ ਨੂੰ ਭਜਾਉਂਦੇ ਹੁੰਦੇ ਸੀ। ਸਾਡੀਆਂ ਗੱਲਾਂ ਨਹੀਂ ਮੁੱਕਣੀਆਂ। ਹੁਣ ਆਪਾਂ ਅਗਲੇ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੇ ਨਾਲ ਵਿਆਹ ਦੀਆਂ ਰਸਮਾਂ ਨੂੰ ਲੈ ਕੇ। ਬਲਕਾਰ ਸਿੰਘ ਜੀ ਨੂੰ ਤੇ ਮੈਨੂੰ, ਵਰੁਣ ਕੌਰ ਮਾਨ ਨੂੰ ਇਸ ਪ੍ਰੋਗਰਾਮ ਨੂੰ, ਯਾਨੀ ਕਿ ਵਿਰਾਸਤੀ ਪੈੜਾ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਹੁਣ ਆਗਿਆ ਦੇ ਦਿਓ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।